ये माल ही साडे मजात पिंड आ मेरे बिटकोड़ी है उत्थे गड़ंगा पिंड है। वो एपीसोड दे विच इहदा कोई रोल नहीं सी। वो बंदे KNF दे सीगे, निहाल सिंह सीगा, संध पिंडा घरां कोल दा, उन्होंने 50-60 रुपये उत्थे मारते सी। उहदे च इहदा कोई रोल नहीं। हालिया भी SYL नहर दे चर्चे तो पहला चन्ना झल्लियां ते दोनों भगौड़े सी। जटाणा ते चन्ना झल्लियां ये दोनों भगौड़े सी। तीजा इन्हां दा एक साथी सी दलजीत पथरेड़ी। वो दलजीत पथरेड़ी कोल कुछ पैसे सीगे बब्बर खालसा दे, उहने वरत लए, इन्हां ने वो मारता। हुण पता नहीं, मैनूं समझ नहीं आ रहा कि मूसे वाले ने किस हिसाब दे विच जटाणे का नाम लेता। चन्ना घरों निकला साइकिल ते कई रखी उन्हें पिछे, जी भाखड़ा के नाल फुटपाथ है, वो पाथ मिट्टी नाल उन्हें 2-2 फुट पट के, अगे पत्थर लगे सी मार के, कई उहदे पत्थर पटते। वो पानी का वहा जूं निकलण लग्या बाहर, उहदा 250-300 फुट का पाड़ पै गया। यानी कि कल्ले जाने ने पाड़ पाया, कल्ले ने भाखड़ा टुट गई। उदों 17 च हुंदा ਸੀ DC दफ्तर के सामने। ये दोपहरे खाना खाण 2 बजे घर जा रहे थे। जो ये बैंक स्केयर के कोल पहुंचे, उत्थे की गड्डी ऑलरेडी खड़ी सी। उन्होंने मोड़ दब के गड्डी उड़ाती। ये पटियाले तो जी सड़क जाती सरहंद नूं, उत्थे बेंच बैठे ही चन्ना ते जटाणा। पुलिस ने इन्हों के कागज कूगज पूछे, इन्होंने को आई कार्ड सीगा बिजली बोर्ड का, इन्होंने अपना आई कार्ड दिखाया। बट पटियाला पुलिस को जो बंदा सी वो सीगा बहुत पक्का। वो कहता जी चन्ना ते जटाणा दोवे मैं चंगी तरह जान। कहानी ये है भी सारे कई तो बंदी ਸਿੰਘਾਂ ने छड्डो। वो बंदी ਸਿੰਘਾਂ ने तो चलो जो बेअंत सिंह मरिया नाल 17 बंदे होर मरे, वो 17 परिवार उजड़े, ठीक है कि नहीं। पुलिस वाले तो कोई जान के या माड़ा काम नहीं कराया, उन्होंने तो ड्यूटी करी है। उधरों ਜਿਹੜੇ ਸਾਡੇ ਲੋਕਾਂ ਦੀਆਂ ਸਿਕਿਉਰਿਟੀਆਂ ਉਹ ਵਿਡਰਾ ਸ਼ੁਰੂ ਹੋ ਗਈਆਂ। ਤੁਸੀਂ ਮੈਨੂੰ ਦੱਸੋ ਜਿਹੜੀ ਚੀਜ਼ ਬਾਹਰ ਨਹੀਂ ਮਿਲਦੀ ਤੁਹਾਨੂੰ ਉਹ ਜੇਲ੍ਹ 'ਚ ਮਿਲਦੀ ਹੈ। ਦੇ ਕੇ ਪਹੁੰਚਾ ਕੇ ਜਾਂਦੇ ਅਗਲੇ ਵੀ ਆਲੋ ਜੀ, ਮੋਬਾਈਲ ਤੋਂ ਲੈ ਕੇ ਵਿਸਕੀ ਤੋਂ ਲੈ ਕੇ ਚਿਕਨ ਤੋਂ ਲੈ ਕੇ ਕੀ ਨਹੀਂ ਆਉਂਦਾ ਉੱਥੇ। ਸਤਿ ਸ਼੍ਰੀ ਅਕਾਲ। SYL ਦੇ ਉੱਤੇ ਗਾਣਾ ਆਉਂਦਾ ਸਿੱਧੂ ਮੂਸੇਵਾਲੇ ਦਾ, ਤੇ ਸਿੱਧੂ ਮੂਸੇਵਾਲਾ ਇਸ ਦੁਨੀਆ 'ਚ ਨਹੀਂ ਤਾਂ ਉਸ ਤੋਂ ਬਾਅਦ ਜ਼ਾਹਿਰ ਜੀ ਗੱਲ ਸੀ ਕਿ ਉਹਦੀ ਹਰ ਇੱਕ ਗੱਲ ਭਾਵੇਂ ਰਿਕਾਰਡ ਪਹਿਲਾਂ ਹੋਈ ਹੋਵੇ ਪਰ ਉਹਦੇ ਚਾਹਣ ਵਾਲਿਆਂ ਨੇ ਤੇ ਬਾਕੀਆਂ ਨੇ ਵੀ, ਕਿਉਂਕਿ SYL ਦੇ ਨਾਲ ਹਰ ਕਿਸੇ ਦੇ ਜਜ਼ਬਾਤ ਜੁੜੇ ਹੋਏ ਨੇ, ਤਾਂ ਉਸ ਨੂੰ ਲੈ ਕੇ ਹਰ ਕਿਸੇ ਨੇ ਸੁਣਿਆ। ਪਰ ਨਾਲ ਹੀ ਜ਼ਿਕਰ ਆਇਆ ਵਿੱਚ ਬਲਵਿੰਦਰ ਜਟਾਣਾ ਦਾ। ਉਦੋਂ ਬਾਅਦ ਦੇਖੀਏ ਤਾਂ ਲਗਾਤਾਰ ਸਰਚ ਹੋਣ ਲੱਗੀ ਕਿ ਬਲਵਿੰਦਰ ਜਟਾਣਾ ਹੈ ਕੌਣ ਹੈ। ਬਲਵਿੰਦਰ ਜਟਾਣਾ ਨੂੰ ਲੈ ਕੇ ਅਸੀਂ ਵੀ ਕਈ ਲੋਕਾਂ ਦੇ ਨਾਲ ਗੱਲਬਾਤ ਕਰੀ, ਕਈ ਦੱਸਦੇ ਨੇ ਵੀ ਅਸੀਂ ਉਹਨਾਂ ਦੇ ਪੁਰਾਣੇ ਸਾਥੀਆਂ, ਤਾਂ ਉਹਨਾਂ ਨੇ ਵੀ ਜ਼ਿਕਰ ਕਰਿਆ ਕਿ ਆਖਰ ਜਟਾਣਾ ਕਿਸ ਤਰ੍ਹਾਂ ਦੇ ਨਾਲ ਸੀ। ਤੇ ਪਰ ਉਸੇ ਦੇ ਨਾਲ ਹੀ ਦੇਖਿਆ ਜਾਵੇ ਤਾਂ ਜਟਾਣਾ ਹੋਰਾਂ ਦਾ ਸਾਧੂਗੜ੍ਹ ਦੇ ਕੋਲੇ ਜਿਹੜਾ ਮੁਕਾਬਲਾ ਹੁੰਦਾ ਤੇ ਉਹਦੇ ਵਿੱਚ ਹਾਲਾਂਕਿ ਇਨਕਾਊਂਟਰ ਹੋ ਜਾਂਦਾ ਹੈ। ਉਹਦੇ ਜ਼ਿਕਰ ਤੋਂ ਕਿ ਆਖਰਕਾਰ ਉਹ ਪੂਰਾ ਇੱਕ ਕੜੀ ਕਿਵੇਂ ਬਣੀ। ਸਾਡੇ ਨਾਲ ਗੁਰਮੀਤ ਪਿੰਕੀ ਹੈਗੇ ਨੇਗੇ, ਉਹਨਾਂ ਨਾਲ ਗੱਲ ਕਰਾਂਗੇ ਕਿ ਆਖਰਕਾਰ ਜਟਾਣੇ ਨੂੰ ਲੈ ਕੇ ਜਿਹੜੀ ਜਾਣਕਾਰੀ, ਜਿਵੇਂ ਲੋਕ ਲਗਾਤਾਰ ਸਰਚ ਕਰ ਰਹੇ ਨੇ, ਖੈਰ ਬਹੁਤੇ ਲਿਖਾਰੀਆਂ ਦੇ ਜੇ ਕਈ ਅੱਡ ਲੇਖ ਨਿਕਲਦੇ ਨੇਗੇ, ਅੱਡ ਜਾਣਕਾਰੀਆਂ ਨਿਕਲਦੇ ਨੇ, ਕਿਉਂਕਿ ਦੇਖਿਆ ਜਾਵੇ ਜਟਾਣਾ ਦਾ ਜ਼ਿਕਰ ਜ਼ਿਆਦਾ ਕਹੀਏ ਕਿ ਬਹੁਤ ਸਾਰੀ ਹੁਣ ਦੀ ਪੀੜ੍ਹੀ ਤਾਂ ਖੈਰ ਉਮੂਮਨ ਨਹੀਂ ਜਾਣਦੀ, ਉਹ ਗਾਣੇ ਦੇ ਜ਼ਰੀਏ ਜਾਣਿਆ। ਉਹਨਾਂ ਨੇ ਸਰਚ ਕਰਨਾ ਸ਼ੁਰੂ ਕਰਿਆ, ਗੂਗਲ ਸਰਚ ਹੋਣਾ ਸ਼ੁਰੂ ਹੋ ਗਿਆ। ਆਖਰਕਾਰ ਕਿਹਾ ਜਾਵੇ ਜਟਾਣਾ ਹੋਰਾਂ ਦਾ ਉਸ ਸਮੇਂ ਦਾ ਰੋਲ ਰਿਹਾ ਕਿਹੋ ਜਿਹਾ ਕਿ ਉਦੋਂ ਜਿਵੇਂ ਲਗਾਤਾਰ ਇੱਕ ਪੂਰੀ ਲਹਿਰ ਚੱਲ ਰਹੀ ਸੀ ਬੱਬਰ ਖਾਲਸਾ ਦੀ, ਤਾਂ ਉਹਦੇ ਐਕਟਿਵ ਮੈਂਬਰ ਸੀਗੇ। ਚਲੋ ਉਹਨਾਂ ਤਾਂ ਸਾਰਿਆਂ ਨੇ ਪੜ੍ਹ ਲਿਆ। आखिरकार जो SYL का कहते काम रुकवाया वो जटाणे हो करके ही रुकया, नहीं रुकना नहीं सी। नहीं ऐसी कोई गल नहीं सी। इन्होंने जो कुछ किया वो 26 सैक्टर ने एक चीफ जो इंजीनियर सीगा सीकरी, एक एक्सीडेंट सीगा, वो 2 बंदे इन्हें मारे उत्थे जाके, नाल चन्ना सीगा चन्नियां वाला। वो मारन तो बाद ये नाल ही साडे एक मजात पिंड आ मेरे बिटकोड़ी है, उत्थे गड़ंगा पिंड है। वो एपीसोड ਦੇ ਵਿੱਚ ਇਹਦਾ ਕੋਈ ਰੋਲ ਨਹੀਂ ਸੀ। ਉਹ ਬੰਦੇ KNF ਦੇ ਸੀਗੇ, ਨਿਹਾਲ ਸਿੰਘ ਸੀਗਾ, ਸੰਧ ਪਿੰਡਾ ਘਰਾਂ ਕੋਲ ਦਾ, ਉਹਨਾਂ ਨੇ 50-60 ਰੁਪਏ ਉੱਥੇ ਮਾਰਤੇ ਸੀ। ਉਹਦੇ 'ਚ ਇਹਦਾ ਕੋਈ ਰੋਲ ਨਹੀਂ। ਉਹ ਨਿਹਾਲਾ ਫੜ ਲਿਆ ਸੀ, ਉਹਦੀ ਸਾਰੀ ਥਾਰੋਲੀ ਇੰਟਰੋਗੇਸ਼ਨ ਹੋਈ ਸੀ। ਹੁਣ ਗੱਲ ਇਹ ਆ ਵੀ SYL ਨਹਿਰ ਦੇ ਚਰਚੇ ਤੋਂ ਪਹਿਲਾਂ ਚੰਨਾ ਝੱਲੀਆਂ ਤੇ ਦੋਨੋਂ ਭਗੌੜੇ ਸੀ। ਜਟਾਣਾ ਤੇ ਚੰਨਾ ਝੱਲੀਆਂ ये दोनों भगौड़े सी। तीजा इन्हों का एक साथी सी दलजीत पथरेड़ी।
ਉਹ ਦਲਜੀਤ ਪਥਰੇੜੀ ਕੋਲ ਕੁਝ ਪੈਸੇ ਸੀਗੇ ਬੱਬਰ ਖਾਲਸਾ ਦੇ, ਉਹ ਉਹਨੇ ਵਰਤ ਲਏ, ਇਹਨਾਂ ਨੇ ਉਹ ਮਾਰਤਾ। ਹੁਣ ਪਤਾ ਨਹੀਂ, ਮੈਨੂੰ ਸਮਝ ਨਹੀਂ ਆ ਰਿਹਾ ਕਿ ਮੂਸੇ ਵਾਲੇ ਨੇ ਕਿਸ ਹਿਸਾਬ ਦੇ ਵਿੱਚ ਜਟਾਲੇ ਦਾ ਨਾਂ ਲੈਤਾ, ਜਦੋਂ ਕਿ ਇਹਦੇ ਨਾਲੋਂ ਜ਼ਿਆਦਾ ਐਕਟਿਵ ਜਿਹੜਾ ਸੀਗਾ ਉਹ ਚੰਨਾ ਸੀ। ਚੰਨਾ ਘਰੋਂ ਨਿਕਲਿਆ ਸਾਈਕਲ ਤੇ ਕਈ ਰੱਖੀ ਉਹਨੇ ਪਿੱਛੇ, ਜਿਹੜੀ ਭਾਖੜਾ ਦੇ ਨਾਲ ਫੁੱਟਪਾਥ ਹੈ, ਉਹ ਪਾਥ ਮਿੱਟੀ ਨਾਲ ਉਹਨੇ 2-2 ਫੁੱਟ ਪੱਟ ਕੇ, ਅੱਗੇ ਪੱਥਰ ਲੱਗੇ ਸੀ ਮਾਰ ਕੇ, ਕਈ ਉਹਦੇ ਪੱਥਰ ਪੱਟਦੇ। ਉਹ ਪਾਣੀ ਦਾ ਵਹਾਅ ਜਿਉਂ ਨਿਕਲਣ ਲੱਗਿਆ ਬਾਹਰ, ਉਹਦਾ 250-300 ਫੁੱਟ ਦਾ ਪਾੜ ਪੈ ਗਿਆ। ਯਾਨੀ ਕਿ ਇਹ ਇਕੱਲੇ ਜਾਣੇ ਨੇ ਪਾੜ ਪਾਇਆ? ਇਕੱਲੇ ਨੇ। ਭਾਖੜਾ ਟੁੱਟ ਗਈ। ਭਾਖੜਾ ਟੁੱਟ ਗਈ ਤਾਂ ਉਦੋਂ ਫਿਰ ਕੋਈ ਨੇੜੇ ਨਾ ਜਾਵੇ। ਚੀਫ ਇੰਜੀਨੀਅਰ ਗਿੱਲ ਹੁੰਦੇ ਸੀਗੇ, ਉਹ ਰਿਟਾਇਰ ਹੋ ਚੁੱਕੇ ਸੀ। ਗਿੱਲ ਨੂੰ ਘਰੋਂ ਬੁਲਾਇਆ, ਉੱਥੇ CRP ਲਾਈ। CRP ਕੈਂਪ ਐਟ ਉਸ ਜਗ੍ਹਾ 'ਤੇ ਨਹਿਰ 'ਤੇ ਕੈਂਪ ਕਰਕੇ ਉਹਨਾਂ ਨੇ 2.5 ਫੁੱਟ ਦਾ ਜਿਹੜਾ ਪਾੜ ਸੀਗਾ ਉਹ ਪੂਰਿਆ, ਉਹ ਨਹਿਰ ਬਣ ਗਈ। ਸੋ ਉਸ ਦੇ ਵਿੱਚ ਹੁਣ ਕਈ ਜਾਂਦੇ ਜੀ ਇਹਨਾਂ ਨੇ ਭਾਖੜਾ 'ਚ ਪਾਣੀ ਛੱਡਤਾ, ਉਹ ਲੋਕਾਂ ਨੂੰ ਪਤਾ ਨਹੀਂ। ਉਹ VN ਕੁਮਾਰ ਸੀਗਾ, BBMP ਦਾ ਚੇਅਰਮੈਨ 35 'ਚ ਰਹਿੰਦਾ ਸੀ, ਉਹ ਮਾਰਤਾ ਸੀ। ਉਹ ਵੀ ਇਹਨਾਂ ਨੇ ਨਹੀਂ ਸੀ ਮਾਰਿਆ, ਉਹ ਬੰਦੇ ਹੋਰ ਸੀ। ਅਤੇ ਉਹ ਜਿਹੜੀ ਬੰਦ ਹੋਈ ਹੈ ਭਾਖੜਾ, ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਐਕਟਿਵ ਰੋਲ ਹੈ, ਹਰਿਆਣੇ ਨੇ ਬੜਾ ਜ਼ੋਰ ਲਾਇਆ ਉਹਨੂੰ ਚਲਾਉਣ ਲਈ। ਸੁਪਰੀਮ ਕੋਰਟ ਦਾ ਹੁਕਮ ਆ ਗਿਆ ਸੀ, ਕੈਪਟਨ ਨੇ ਵਿਧਾਨ ਸਭਾ 'ਚ ਬਿਠਾ ਕੇ ਪਾਸ ਕਰਤਾ ਵੀ ਅਸੀਂ ਇਹ ਹੁਕਮ ਨਹੀਂ ਮੰਨਣਾ। ਸੁਪਰੀਮ ਕੋਰਟ ਦਾ ਅਗਰ ਕੋਈ ਹੁਕਮ ਹੈ ਵਿਧਾਨ ਸਭਾ ਦੇ ਵਿੱਚ ਤੁਸੀਂ ਪਾਸ ਕਰ ਦਿੰਦੇ ਹੋ ਤਾਂ ਉਹਦੇ 'ਚੋਂ ਕੰਟੈਂਪਟ ਨਹੀਂ ਬਣਦੀ। ਰੋਕ ਤਾਂ ਕੈਪਟਨ ਨੇ ਦਿੱਤੀ, ਇਹਨਾਂ ਨੇ ਉਹਦੇ 'ਚ ਕੋਈ ਐਡਾ ਵੱਡਾ ਕੋਈ ਇਹਨਾਂ ਦਾ ਰੋਲ ਨਹੀਂ। ਬੰਦਿਆਂ ਦਾ ਨੁਕਸਾਨ ਇਹਨਾਂ ਨੇ ਜ਼ਰੂਰ ਕੀਤਾ, ਇਹਦੇ 'ਚ ਕੋਈ ਸ਼ੱਕ ਨਹੀਂ। ਇਹ ਮੈਨੂੰ ਯਾਦ ਹੈ 91 ਜਾਂ 90 ਦੀ ਗੱਲ ਹੈ, ਸੈਣੀ ਇੱਥੇ SSP ਸੀਗੇ ਚੰਡੀਗੜ੍ਹ, ਮੈਂ ਨਾਲ ਹੀ ਸੀ। ਇਹਨਾਂ ਨੇ ਇੱਕ ਟੈਲੀਫੋਨ ਕੀਤਾ ਉਹਨੂੰ ਵੀ 7 ਦਿਨ ਦੇ ਅੰਦਰ ਅੰਦਰ ਤੈਨੂੰ ਮਾਰ ਦੇਣਾ, ਜਟਾਣੇ ਨੇ ਚੰਨੇ ਨੇ। ਉਹ ਸੈਣੀ ਸਾਹਿਬ ਦਾ ਵੀ ਦੋਸਤ ਸੀ, ਸੁਖਦੇਵ ਬੱਬਰ ਦਾ ਵੀ ਦੋਸਤ ਸੀ। ਉਸ ਗੱਲ ਦੀ ਤਰਜੀਹ ਪੱਕੀ ਜਿਹੜੀ ਉਹ ਕਰਿਆ ਵੀ ਸੁਖਦੇਵ ਬੱਬਰ ਹਰੇ ਰੰਗ ਦੀ ਜੀਪ ਲਈ ਫਿਰਦਾ, ਉਹਨੇ ਉਹ ਕਾਰਸੇ ਵਾਲਾ ਚੋਲਾ ਪਾਇਆ ਅਤੇ ਤੈਨੂੰ ਮਾਰਨ ਨੂੰ ਫਿਰਦੇ ਨੇ। ਮੈਨੂੰ ਬੁਲਾਇਆ ਸੈਣੀ ਸਾਹਿਬ ਨੇ, ਮੇਰੇ ਘਰ ਦੇ ਆਲੇ ਦੁਆਲੇ ਤੁਸੀਂ ਗੇੜਾ ਰੱਖਣਾ, ਇੱਥੇ ਸੁਖਦੇਵ ਨਹੀਂ ਫਿਰਦੇ ਨੇ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਅਸੀਂ ਦਿਨ ਰਾਤ ਉੱਥੇ ਗੇੜਾ ਗੂੜਾ ਰੱਖਿਆ। 16 ਸੈਕਟਰ ਰਹਿੰਦੇ ਸੀ, 4-5 ਦਿਨ ਤਾਂ ਇਹ ਵੀ ਨਹੀਂ ਗਏ। 5 ਕੁ ਦਿਨਾਂ ਬਾਅਦ ਜਦੋਂ ਗਏ ਤਾਂ ਉਦੋਂ ਦਫ਼ਤਰ ਹੁਣ ਤਾਂ ਆ ਗਿਆ 9 'ਚ, ਉਦੋਂ 17 'ਚ ਹੁੰਦਾ ਸੀ DC ਦਫ਼ਤਰ ਦੇ ਸਾਹਮਣੇ। ਇਹ ਦੁਪਹਿਰੇ ਖਾਣਾ ਖਾਣ 2 ਵਜੇ ਘਰ ਜਾ ਰਹੇ ਸੀ। ਜਦੋਂ ਇਹ ਬੈਂਕ ਸਕੇਲ ਦੇ ਕੋਲ ਪਹੁੰਚੇ, ਉੱਥੇ ਇੱਕ ਗੱਡੀ ਆਲਰੇਡੀ ਖੜੀ ਸੀ, ਉਹਨਾਂ ਨੇ ਮੋੜ ਦੱਬ ਕੇ ਉਹ ਗੱਡੀ ਢਾਤੀ, ਉਹਦਾ ਕਚਰਾ ਕੁਚਰਾ ਜੋ ਇਹਦਾ ਦੀ ਗੱਡੀ 'ਚ ਵੱਜਿਆ, ਇਹਨਾਂ ਵਾਲੀ ਗੱਡੀ ਸਾਰੀ ਖਤਮ ਹੋ ਗਈ। 2-3 ਬੰਦੇ ਉਹਦੇ 'ਚ ਮਰ ਗਏ। ਇਹਨਾਂ ਦੇ ਦਿਮਾਗ 'ਚ ਉਹੀ ਗੱਲ ਰਹੀ ਕਿ ਮੈਨੂੰ ਤਾਂ ਇਹਨੇ ਫੋਨ 'ਤੇ ਕਿਹਾ ਸੀ ਵੀ ਮਾਰਾਂਗੇ। ਸੈਣੀ ਨੂੰ ਇਸ ਚੀਜ਼ ਦੀ ਖੁੰਦਕ ਰਹੀ ਵੀ ਆਖਰ ਮੈਨੂੰ ਧਮਕੀ ਦਿੱਤੀ ਸੀ। 5ਵੇਂ ਦਿਨ ਦਾ ਕੰਮ ਹੋ ਗਿਆ, 7 ਦਿਨ ਗਏ ਸੀ ਇਹਨੇ, ਉਹਦੇ ਦਿਮਾਗ 'ਚ 100% ਇਹ ਗੱਲ ਬੈਠੀ। ਮੈਂ PGI ਗਿਆ ਸੀ ਖਬਰ ਲੈਣ ਲਈ, ਉੱਥੇ ਬੜਾ ਪਹਿਰਾ ਲੱਗਾ ਚੰਡੀਗੜ੍ਹ ਪੁਲਿਸ ਦਾ ਜੀ, ਜਾਣਾ ਨਹੀਂ ਅੰਦਰ। ਸੁਭਾਸ਼ ਬਰੋਲ DSP ਖੜ੍ਹਾ ਹੀ ਬਾਹਰ, ਨਹੀਂ ਮਿਲ ਨਹੀਂ ਸਕਦੇ ਤੁਸੀਂ। ਸੈਣੀ ਸਾਹਿਬ ਨੇ ਮੈਨੂੰ ਦੇਖ ਲਿਆ ਅੰਦਰੋਂ, ਅਬਰੋਲੇ ਨੂੰ ਭੇਜ ਦੇ। ਮੈਂ ਚਲਾ ਗਿਆ ਅੰਦਰ, ਅਸੀਂ ਮਿਲੇ ਜੱਫੀ ਪਾ ਗਏ। ਉਹ ਜ਼ਿਆਦਾ ਸੈਂਟੀਮੈਂਟਲ ਹੋਇਆ ਸੀ ਰਮੇਸ਼ ਕਰਕੇ, ਮੈਨੂੰ ਕਹਿੰਦਾ ਯਾਰ ਉਹਦਾ ਕੁਛ ਨਹੀਂ ਬਚਿਆ। ਚਲੋ ਅਸੀਂ ਗੱਲਾਂ ਮਾਰਦੇ ਸੀ। ਰਮੇਸ਼ ਭਰਾੜਾ ਬਹੁਤ ਜ਼ਿਆਦਾ SI ਗਨਮੈਨ ਬਟਾਲੇ ਤੋਂ ਨਾਲ ਹੀ ਸੀ, ਲੁਧਿਆਣੇ ਵੀ ਰਿਹਾ, ਬਟਾਲੇ ਵੀ ਰਿਹਾ, ਫਿਰੋਜ਼ਪੁਰ ਵੀ ਰਿਹਾ, ਫਿਰ ਚੰਡੀਗੜ੍ਹ ਆ ਗਿਆ ਸੀ। ਉਹਦੀ ਆਹ ਲੱਤ, ਆਹ ਬਾਂਹ ਅਤੇ ਆਹ ਅੱਖ ਵੀ ਚਲੀ ਗਈ, ਸਾਰਾ ਕੁਛ ਉਹਦੇ ਕਰਕੇ ਬਹੁਤ ਜ਼ਿਆਦਾ ਅਫਸਰ ਸੀ। ਜਦ ਨੂੰ ਉੱਥੇ ਆ ਗਿਆ ਪੂਲੇ ਨੇ ਇਹਨਾਂ ਨੇ ਗੱਲਬਾਤ ਕੀਤੀ ਆਪਸ 'ਚ। ਪਹਿਲਾਂ ਮੈਨੂੰ ਕਹਿੰਦੇ ਵੀ ਤੁਸੀਂ ਜਾਣਾ। ਮੈਂ ਕਿਹਾ ਜੀ ਮੈਂ ਤਾਂ ਇੱਕ ਬੰਦਾ ਨਾਲ ਲਿਆ, ਸਿਰਫ ਤੁਹਾਡੀ ਖਬਰ ਨੂੰ ਆਇਆ ਸੀ, ਇੱਕ ਵੈਪਨ ਆ ਮੇਰੇ ਕੋਲ ਅਤੇ ਇਹਦੇ ਨਾਲ ਗੱਲ ਬਣਨੀ ਨਹੀਂ। ਮੈਂ ਜਾਂਦਾ ਲੁਧਿਆਣੇ, ਮੈਂ ਉੱਥੋਂ ਸਮਾਨ ਚੱਕ ਕੇ ਲਿਆਉਂਦਾ। ਅਸੀਂ ਉੱਥੋਂ ਸਮਾਨ ਜਾ ਕੇ ALR ਵਗੈਰਾ ਚੱਕ ਲਈ, ਅਸੀਂ ਆ ਗਏ ਚੰਡੀਗੜ੍ਹ। ਜਦੋਂ ਚੰਡੀਗੜ੍ਹ ਆ ਗਏ, ਇੱਥੇ ਰੌਲਾ ਪੈਂਦਾ ਸੀ ਵੀ ਪੂਲੇ ਨੇ ਕੰਮ ਕਰਤਾ।
ਫਿਰ ਅਸੀਂ ਉਹਦੇ 'ਚ ਕੀ ਕਰਨਾ ਸੀਗਾ। ਉਹਦੇ 'ਚ ਉਦੋਂ ਮਾਂਗਟ ਸਾਹਿਬ ਡੀਜੀ ਸੀ ਤੇ ਮੁਸਤਫਾ ਮੁਹੰਮਦ ਐਸਐਸਪੀ ਰੋਪੜ ਸੀ। ਉਹ ਸਾਰਾ ਸ਼ੱਕ ਮੇਰੇ 'ਤੇ ਗਿਆ, ਬਿੰਕੀ ਕਰ ਗਿਆ। ਮੇਰੇ ਤੇ ਢੇਡਾਂ ਡੂਡਾਂ ਇਹਨਾਂ ਨੇ ਖਾਸੀਆਂ ਕਰੀਆਂ, ਪਰ ਮੈਨੂੰ ਇਹਨੇ ਬੁਲਾ ਕੇ 26 ਆਪਰੇਸ਼ਨ ਸੈੱਲ 'ਚ ਬਿਠਾਤਾ, CRP ਲਾਤੀ। ਮਹੀਨੇ ਦੇ ਕਰੀਬ ਅਸੀਂ ਉੱਥੇ ਬੈਠੇ ਰਹੇ ਵੀ ਕੋਈ ਫੋਰਸ ਆ ਜੇ ਇਹਨੂੰ ਇੱਥੋਂ ਹਿੱਲਣ ਨਹੀਂ ਦੇਣਾ। ਰੋਟੀ ਪਾਣੀ ਘਰੋਂ ਚੱਲ ਜਾਂਦਾ, ਅਸੀਂ ਰਹੇ ਉੱਥੇ। ਜਦ ਨੂੰ ਮਾਗਰ ਸਾਹਿਬ ਦੀ ਵਾਰ ਤੌਰ ਤੇ ਤੁਹਾਡੀ ਸਿਕਿਉਰਿਟੀ ਉਹ ਮੈਨੂੰ ਚੱਕਣ ਨੂੰ ਫਿਰਦੇ ਸੀ। ਪੂਲੇ ਨੂੰ ਫੜ ਕੇ ਬਿਠਾਇਆ। ਸੁਰੇਸ਼ ਅਰੋੜਾ SSP ਜਲੰਧਰ ਸੀਗੇ, ਸਦਰ ਜਲੰਧਰ, ਮੈਨੂੰ ਇੱਥੇ। ਉਹ ਮਹੀਨੇ ਦੇ ਬਾਅਦ ਮਾਗੜ ਦੀ ਬਦਲੀ ਹੋ ਗਈ ਤੇ ਗਿੱਲ ਸਾਹਿਬ ਆ ਗਏ। ਇਹਨੇ ਗਿੱਲ ਸਾਹਿਬ ਨੂੰ ਜਾ ਕੇ ਸਾਰੀ ਗੱਲ ਦੱਸੀ ਵੀ ਆਹ ਕਹਾਣੀ ਹੈ। ਗਿੱਲ ਸਾਹਿਬ ਨੇ ਮੁਸਤਫੇ ਨੂੰ ਤੇ ਇਹਨੂੰ ਬੁਲਾ ਕੇ ਇਹਨਾਂ ਦਾ ਪੈਚਾ ਪਕਾਉਣ ਦੀ ਕੋਸ਼ਿਸ਼ ਕੀਤੀ, ਬਟ ਉਹ ਹੋ ਨਹੀਂ ਸਕਿਆ। ਸਿਆਣੀ ਤੇ ਮੁਸਤਫੇ ਦਾ ਰੌਲਾ ਸੀ ਆਪਸ 'ਚ, ਉਹ ਹੋ ਨਹੀਂ ਸਕਿਆ। ਇਨ ਦੀ ਮੇਨ ਟਾਈਮ ਜਦੋਂ ਇਹਦੇ ਘਰ ਦੇ ਮਾਰਤੇ, ਇਹ ਪਟਿਆਲੇ ਤੋਂ ਜਿਹੜੀ ਸੜਕ ਜਾਂਦੀ ਸਰਹੰਦ ਨੂੰ, ਉੱਥੇ ਬੈਂਚ ਬੈਠੇ ਹੀ ਚੰਨਾ ਤੇ ਜਟਾਣਾ। ਪੁਲਿਸ ਨੇ ਇਹਨਾਂ ਦੇ ਕਾਗਜ਼ ਕੂਗਜ਼ ਪੁੱਛੇ। ਇਹਨਾਂ ਕੋਲ ਆਈ ਕਾਰਡ ਸੀਗਾ ਬਿਜਲੀ ਬੋਰਡ ਦਾ। ਇਹਨਾਂ ਨੇ ਆਪਣਾ ਆਈ ਕਾਰਡ ਦਿਖਾਇਆ, ਬਟ ਪਟਿਆਲਾ ਪੁਲਿਸ ਕੋਲ ਜਿਹੜਾ ਬੰਦਾ ਸੀ ਉਹ ਸੀਗਾ ਬਹੁਤ ਪੱਕਾ। ਉਹ ਕਹਿੰਦਾ ਜੀ ਇਹ ਚੰਨਾ ਤੇ ਜਟਾਣਾ ਦੋਏ ਮੈਂ ਚੰਗੀ ਤਰ੍ਹਾਂ ਜਾਣਦਾ। ਪੁਲਿਸ ਨੇ ਗੋਲੀਆਂ ਮਾਰਤੀਆਂ, ਇਹ ਮਰ ਗਏ। ਉਹ ਜਿਹੜਾ ਬੰਦਾ ਚੂਨੀ ਦਾ, ਜਦੋਂ ਹਵਾਲਾ ਜੇਲ੍ਹ 'ਚੋਂ ਭੱਜਿਆ, ਸਭ ਤੋਂ ਪਹਿਲਾਂ ਇਹਨਾਂ ਨੇ ਉਹ ਬੰਦਾ ਮਾਰਿਆ। ਸੂਹ ਦਿੱਤੀ ਸੀ ਜਿਹਨੇ ਜਟਾਣਾ ਤੇ ਮਰਵਾਏ ਸੀ। ਮੈਂ ਉਦੋਂ CI ਇੰਸਪੈਕਟਰ ਫਤਿਹਗੜ੍ਹ ਸਾਹਿਬ ਸੀ। ਮੈਂ ਮੌਕੇ 'ਤੇ ਗਿਆ, ਕੋਈ ਰਾਤ ਦਾ ਟਾਈਮ ਸੀ, 7-7:30 ਦਾ। ਉਹ ਬੰਦਾ ਉੱਥੇ ਡਾਕਟਰ ਮਰਿਆ ਪਿਆ ਸੀ। ਉਹ ਇਸੇ ਚੱਕਰ 'ਚ ਮਾਰਿਆ ਸੀ ਵੀ ਇਹਨੇ ਸਾਡੇ ਸਿੰਘ ਸ਼ਹੀਦ ਕਰਾਏ। ਆਹ ਮੇਨ ਜਿਹੜੀ ਜਟਾਣੇ ਦੀ ਕਹਾਣੀ ਹੈ। ਹੁਣ ਮੈਂ ਤਾਂ ਇਸ ਗੱਲ ਨੂੰ ਆਪਣੇ ਹਿਸਾਬ ਨਾਲ ਦੇਖਦਾ, ਲੋਕ ਆਪਣੇ ਹਿਸਾਬ ਨਾਲ ਦੇਖਦੇ। ਕਿਹੜੇ ਹਿਸਾਬ ਨਾਲ ਮੂਸੇ ਵਾਲਾ ਜਟਾਣੇ ਬਾਰੇ ਕਹਿ ਗਿਆ, ਜਦੋਂ ਕਿ ਮੇਨ ਤਾਂ ਜ਼ਿਆਦਾ ਐਕਟਿਵ ਚੰਨਾ ਸੀ। ਪਰ ਦੇਖਿਆ ਜਾਵੇ ਜਦੋਂ ਇਹਨਾਂ ਨੇ ਸੈਕਟਰ 26 ਜਾ ਕੇ ਦੋਹੇ ਜਣਿਆਂ ਨੇ ਜੇ ਕਹੀਏ ਕਿ ਉੱਥੇ ਉਹਨੂੰ ਮਾਰਿਆ, ਇੰਜੀਨੀਅਰ ਨੂੰ ਮਾਰਿਆ ਹੈਗਾ, ਚੀਫ ਨੂੰ, ਫਿਰ ਉਹ ਸਿੱਧੇ ਤੌਰ ਤੇ ਜੁੜਦਾ ਵੀ ਕਿਉਂਕਿ ਜਦੋਂ ਵੀ ਕੋਈ ਗੱਲ ਹੁੰਦੀ ਹੈ ਕ੍ਰੈਡਿਟ ਜੇ ਵਿੱਚ 3 ਬੰਦੇ ਹੁੰਦੇ, ਜਿਵੇਂ ਹੁਣ ਪੁਲਿਸ ਪਾਰਟੀਆਂ ਦਾ ਹੁੰਦਾ, ਕ੍ਰੈਡਿਟ ਸਭ ਨੂੰ ਜਾਂਦਾ। ਜਾਂ ਤਾਂ ਹੋ ਸਕਦਾ ਵੀ ਉਸੇ ਤਰ੍ਹਾਂ ਦੇ ਨਾਲ ਜਟਾਣੇ ਹੁੰਦਾ, ਕਿਉਂਕਿ ਜਿੰਨਾ ਆਪਾਂ ਆਰਟੀਕਲ ਵੀ ਸਰਚ ਕਰਦੇ ਹਾਂ ਉਹਦੇ 'ਚ ਬਲਵਿੰਦਰ ਜਟਾਣੇ ਦਾ ਮੁੱਖ ਜ਼ਿਕਰ ਆਉਂਦਾ ਨਾਲ। ਦੇਖੋ ਗੱਲ ਇਹ ਹੈ, ਜੇ ਇਹਨਾਂ ਨੇ ਚੀਫ ਇੰਜੀਨੀਅਰ ਸੀਕਰੀ ਇੱਕ ਮਾਰਦਾ, ਉਹਦੇ ਨਾਲ ਅੱਗੋਂ ਸਟਾਫ ਤਾਂ ਨਹੀਂ ਖਤਮ ਹੋ ਗਿਆ। ਸਟਾਫ ਤਾਂ ਸਰਕਾਰ ਕੋਲ ਬੇਹਿਸਾਬ ਸੀਗਾ। ਉਹ ਤਾਂ ਕਹਿੰਦੇ ਨੇ ਵੀ ਖੌਫ ਖਾ ਗਏ ਨਾ, ਵੀ ਉਦੋਂ ਬਾਅਦ ਇਹ ਹੋ ਗਿਆ ਵੀ ਆਖਰ ਕਰਕੇ ਜੇ ਆਖਰ ਮੁੱਖ ਇੰਜੀਨੀਅਰ ਮਾਰਤਾ ਤਾਂ ਫਿਰ ਬਾਕੀ ਵੀ ਲਹਿਰ ਕਿਤੇ ਨਾ ਕਿਤੇ ਇਹਦੇ ਉਲਟ ਖੜੀ ਹੁੰਦੀ ਸੀ। ਕੋਈ ਖੌਫ ਖੂਫ ਵਾਲੀ ਗੱਲ ਨਹੀਂ ਸੀ। ਉਹ ਮੇਰੇ ਹਿਸਾਬ ਨਾਲ ਤਾਂ ਕੈਪਟਨ ਨੇ ਸੁਪਰੀਮ ਕੋਰਟ ਦਾ ਹੁਕਮ ਨਹੀਂ ਮੰਨਿਆ। ਸੁਪਰੀਮ ਕੋਰਟ ਨੇ ਸਿੱਧਾ ਕਹਿ ਦਿੱਤਾ ਸੀ ਨਹਿਰ ਚਾਲੂ ਕਰੋ, ਕੈਪਟਨ ਨੇ ਨਹੀਂ ਮੰਨਿਆ। ਉਸ ਤੋਂ ਬਾਅਦ ਆ ਹੁਣ ਫੇਰ ਅੱਜ ਕੱਲ੍ਹ ਜਿਹੜਾ ਪੂਰਾ ਜ਼ੋਰ ਵਿਜ ਨੇ ਦਿੱਤਾ ਆ ਹੋਮ ਮਿਨਿਸਟਰ ਵਿੱਚ, ਉਧਰੋਂ ਚੀਫ ਮਿਨਿਸਟਰ, ਉਹ ਫੇਰ ਕਿਹੜਾ ਨਹਿਰ ਚਾਲੂ ਹੋ ਰਹੀ ਹੈ। ਹੁਣ ਤਾਂ ਕੁਝ ਜਟਾਣੇ ਹੋਣੀ ਬੈਠੇ ਨਹੀਂ ਗਏ। ਨਹੀਂ, ਪਰ ਜੇ ਹੁਣ ਇਹਦੇ 'ਚ ਸਮਝੀਏ ਜਿਹੜੀਆਂ ਦੋਈ ਚੀਜ਼ਾਂ ਤੁਸੀਂ ਦੱਸੀਆਂ ਵੀ ਜਟਾਣੇ ਹੋਰਾਂ ਦਾ ਜਿਹੜਾ ਮੁਕਾਬਲਾ ਹੁੰਦਾ ਉਹ ਸੈਣੀ ਦੀ ਖੁੰਦਕ ਕਰਕੇ ਹੁੰਦਾ ਵੀ ਸਾਡੇ ਤੇ ਹਮਲਾ ਕਰਤਾ, ਜਾਂ ਫਿਰ ਕਹੀਏ ਚੀਫ ਇੰਜੀਨੀਅਰ ਕਰਕੇ? ਦੇਖੋ ਜਿਹੜਾ ਮੁਕਾਬਲਾ ਹੋਇਆ, ਪੁਲਿਸ ਤਾਂ ਇਹਨਾਂ ਨਾਲ ਲੱਭਦੀ ਸੀ, ਪਹਿਲਾਂ ਵੀ ਲੱਭਦੀ ਸੀ, SYL ਤੋਂ ਪਹਿਲਾਂ ਵੀ ਲੱਭਦੀ ਸੀ। ਉਹ ਮਿਲ ਗਏ ਉੱਥੇ, ਉਹ ਮੁਕਾਬਲਾ। ਜਿਹੜਾ ਉਹਦਾ ਟੱਬਰ ਸ਼ਹੀਦ ਹੋਇਆ, ਉਹ ਸੈਣੀ ਸਾਹਿਬ ਨਾਲ ਪੰਗਾ ਟੱਕਰ ਲਏ ਕਰਕੇ ਉਹ ਸ਼ਹੀਦ ਹੋਇਆ। ਜੇ ਨਾ ਉਹਨੂੰ ਛੇੜਦੇ, ਉਹਨੂੰ ਇਹਨਾਂ ਨੂੰ ਛੇੜਦੇ, ਉਹਦੀ ਕੀ ਦੁਸ਼ਮਣੀ ਸੀ ਇਹਦੇ ਨਾਲ ਕੋਈ, ਫਿਰ ਨਹੀਂ ਸੀ ਉਹ ਜਾਂਦੇ। ਪਿਓ ਨੂੰ ਇਹਦੇ ਨੂੰ ਫੜ ਕੇ ਥਾਣੇ ਬਿਠਾਇਆ ਸੀ, ਪਿਓ ਦਾ ਬਚ ਗਿਆ ਜੀ। ਉਹ ਘਰ ਨਹੀਂ ਸੀ, ਥਾਣੇ ਸੀਗਾ, ਉਹ ਉਸ ਕਰਕੇ ਬਚ ਗਿਆ ਉੱਥੇ। ਪਰ ਦੇਖੀਏ ਜਦੋਂ ਉਸ ਦੌਰ ਦੀ ਕਹਿੰਦੇ ਜ਼ਿਕਰ ਹੁੰਦਾ ਹੈ, ਜਿਵੇਂ ਤੁਸੀਂ ਉਸ ਟਾਈਮ ਦੇ ਵਿੱਚ ਐਕਟਿਵ ਰਹੇ ਖਾਸੇ, ਬਹੁਤ ਸਾਰਿਆਂ ਦੇ ਪਿੱਛੇ ਤੁਸੀਂ ਜਾਂਦੇ ਰਹੇ, ਬਹੁਤ ਸਾਰਿਆਂ ਦੇ ਵਿੱਚ ਜੇ ਕਹੀਏ ਸੈਣੀ ਦੇ ਜਦੋਂ ਕਹਿੰਦੇ ਸੀਗੇ ਵੀ ਆਖਰਕਾਰ ਕਿਉਂਕਿ ਇਹ ਪੂਰੀ ਲਹਿਰ ਦੇ ਉਲਟ ਜਿਵੇਂ ਤੁਸੀਂ ਕਹਿੰਦੇ ਹੋ ਵੀ ਜਟਾਣੇ ਹੋਰਾਂ ਨੂੰ ਵੀ ਲੱਭ ਰਹੇ ਸੀਗੇ, ਤਾਂ ਆਖਰਕਾਰ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਵੀ ਅੱਜ ਜਦੋਂ ਉਹਨਾਂ ਨੂੰ ਦੇਖਿਆ ਜਾਂਦਾ, ਜੇ ਹੁਣ ਮੂਸੇ ਵਾਲੇ ਨੇ ਵੀ ਜ਼ਿਕਰ ਕਰਿਆ ਜਟਾਣਾ ਹੋਰਾਂ ਦਾ, ਉਹਨਾਂ ਨੂੰ ਉਸ ਨਜ਼ਰੀਏ ਨਾਲ ਨਹੀਂ ਦੇਖਿਆ ਵੀ ਇਹਨਾਂ ਨੇ ਕੁਝ ਗਲਤ ਕਰਿਆ, ਬਲਕਿ ਇਹ ਹੱਕ ਸੱਚ ਦੀ ਲੜਾਈ ਲੜ ਰਹੇ ਸੀ, ਪੰਜਾਬ ਦੇ
ਚਾਹੇ ਪਾਣੀ ਦੀ ਗੱਲ ਹੋਵੇ ਚਾਹੇ ਗੱਲ ਆ ਜਾਂਦੀ ਸਰਹੱਦ ਦੀ, ਕਿਉਂਕਿ ਉਹਨੇ ਆਪਦੇ ਗਾਣੇ 'ਚ ਇਹ ਵੀ ਜ਼ਿਕਰ ਕਰਿਆ ਹੈ ਵੀ ਜਾਂ ਤਾਂ ਸਾਡੇ ਹਰਿਆਣਾ ਹਿਮਾਚਲ ਚੰਡੀਗੜ੍ਹ ਇਹ ਜਾਂ ਪੰਜਾਬ ਕਹੀਏ ਕਿ ਪਾਣੀ ਇਹ ਚੀਜ਼ਾਂ ਮੋੜ ਦਿਓ, ਨਹੀਂ ਅਸੀਂ ਤੋਕਾ ਵੀ ਨਹੀਂ ਦੇਣਾ। ਦੇਖੋ ਉਹਦੀ ਸੋਚ ਹੈ, ਉਹਨੇ ਕੀ ਕਿਹਾ। ਮੈਂ ਉਸ ਬੰਦੇ ਨੂੰ ਕਦੇ ਮਿਲਿਆ ਨਹੀਂ, ਨਾ ਕਦੇ ਮੇਰੀ ਮੁਲਾਕਾਤ ਹੋਈ ਹੈ। ਉਹਦੀ ਸੋਚ, ਹਰ ਬੰਦੇ ਦਾ ਦਿਮਾਗ ਅਲੱਗ-ਅਲੱਗ ਹੁੰਦਾ, ਉਹਦੀ ਸੋਚ ਉੱਥੇ ਤੱਕ ਹੈ। ਜੇ ਉਹ ਕੋਈ ਚੰਗਾ ਹੁੰਦਾ ਕਰਦਾ, ਉਹਨੇ ਬਲਵਿੰਦਰ ਜਟਾਣੇ ਦੇ ਨਾਲ ਚੰਨਾ ਵੀ ਤਾਂ ਮਰਿਆ। ਚੰਨੇ ਦਾ ਸੈਕਰੀਫਾਈਸ ਵੀ ਜ਼ਿਆਦਾ ਸੀ, ਚੰਨੇ ਦਾ ਨਾਮ ਵੀ ਲੈ ਸਕਦਾ ਸੀ। ਦਲਜੀਤ ਪਥਰੇੜੀ ਵੀ ਮਰਿਆ। ਉਹ ਜਾਂ ਤਾਂ ਕਿਸੇ ਨੂੰ ਇਹਨਾਂ ਨੂੰ ਜਾਣਦਾ ਹੀ ਨਹੀਂ ਸੀ ਮੇਰੇ ਹਿਸਾਬ ਨਾਲ। ਜੇ ਉਹ ਇਹਨਾਂ ਨੂੰ ਜਾਣਦਾ ਹੁੰਦਾ ਤਾਂ ਕੋਈ ਨਾ ਕੋਈ ਇਹਨਾਂ ਦਾ ਵੀ ਜ਼ਿਕਰ ਕਰਦਾ ਕਿਤੇ। ਉਹਨੇ ਛੇੜੇ ਹੀ ਨਹੀਂ ਬੰਦੇ। ਪਰ ਪਿੰਕੀ ਜੀ, ਹੁਣ ਤੱਕ ਤੁਸੀਂ ਕਿਵੇਂ ਦੇਖਦੇ ਹੋ ਜਿਹੜੀ ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ ਹੈ, ਕਿੱਡੇ ਵੱਡੇ ਤੌਰ ਤੇ ਦੇਖਿਆ ਜਾਵੇ ਇੱਕ ਤਰ੍ਹਾਂ ਦਾ, ਕਿਉਂਕਿ ਜਦੋਂ ਮੁੱਖ ਧਿਰ ਕੋਈ ਮਰਦੀ ਆ ਜਾਂ ਕਹੀਏ ਕਿ ਮੁੱਖ ਧਿਰ ਤੇ ਹਮਲਾ ਅਟੈਕ ਹੁੰਦਾ ਤਾਂ ਸਾਰੇ ਪਾਸੇ ਚਰਚਾ ਖੜੀ ਹੋ ਗਈ। ਚਲੋ ਸਿਆਸਤਦਾਨਾਂ ਨੇ ਸਰਕਾਰ ਘੇਰਨੀ ਸ਼ੁਰੂ ਕਰਤੀ, ਪਰ ਸੂਬੇ ਦਾ ਮਾਹੌਲ ਕਿਵੇਂ ਦੇਖਦੇ ਹੋਗੇ ਕਿ ਆਖਰਕਾਰ ਇਸ ਤਰ੍ਹਾਂ ਦੇ ਨਾਲ ਗੈਂਗਸਟਰ ਆਉਂਦੇ ਨੇ ਖੁੱਲ੍ਹੇਆਮ, ਜਿਹਨੂੰ ਕਹਿ ਦਿੰਦੇ ਨੇ। ਉਹੀ ਤੁਹਾਡੇ ਵਾਲੇ ਦੌਰ ਦੀ ਗੱਲ ਹੋ ਗਈ ਕਿ ਉਦੋਂ ਵੀ ਜੇ ਕਿਸੇ ਨੂੰ ਕਹਿ ਦਿੱਤਾ ਜਾਂਦਾ ਸੀਗਾ ਤਾਂ ਚਾਹੇ ਸਣੀ ਤੇ ਹਮਲੇ ਦੀ ਗੱਲ ਹੋਵੇ, ਚਲੋ ਦੂਜੇ ਨੇ ਕਰਤਾ, ਕਰਿਆ ਤਾਂ ਸਹੀ। ਤੇ ਆਖਰਕਾਰ ਹਾਲਾਤ ਕਿਹੋ ਜਿਹੇ ਦੇਖਦੇ ਹੋ ਤੁਸੀਂ ਉਹ ਜਦੋਂ? ਦੇਖੋ, ਮੈਨੂੰ 1 ਸਾਲ ਹੋ ਗਿਆ ਰੌਲਾ ਪਾਉਂਦੇ ਨੂੰ। ਮੈਂ ਜਿੱਥੇ ਵੀ ਜਾਂਦਾ ਮੈਂ ਉੱਥੇ ਇਹੀ ਗੱਲ ਵੀਡੀਓ 'ਚ ਵੀ ਕਹੀ ਹੈ ਵੀ ਇਹ ਸਾਲ ਦੇ ਅੰਦਰ ਅੰਦਰ ਜਿਹੜਾ ਅੱਤਵਾਦ ਹੈ ਇਹ ਆ ਜਾਏਗਾ। ਹੁਣ ਇਹ ਕਿਸੇ ਦਾ ਵੀ ਰੂਪ ਬਦਲ ਗਿਆ ਉਹਦਾ? ਰੂਪ ਨਹੀਂ ਬਦਲ ਗਿਆ, ਸਿੱਧਾ ਦੰਗੇ ਚਿੱਟੇ। ਦੇਖੋ, ਗੱਲ ਜਿਹੜੀ ਸਰਕਾਰ ਦੀ ਪਾਲਿਸੀ ਹੈ ਉਹਦੇ ਜੋ ਕਹਿ ਰਹੇ ਬੰਦੀ ਸਿੰਘ ਛੱਡੋ, ਚਲੋ ਬੰਦੀ ਸਿੰਘ ਮੰਨ ਛੱਡ ਦਿਓ। ਜਿਹੜੀ ਪੁਲਿਸ ਅੰਦਰ ਬੈਠੀ ਹੈ, ਮੇਰੇ ਤੋਂ ਮੈਂ ਤਾਂ ਚਲੋ ਕੱਟ ਕੇ ਆ ਗਿਆ। ਜਸਪਾਲ DSP ਮੇਰੇ ਤੋਂ ਪਹਿਲਾਂ ਦਾ ਖਾਦੜਾ ਕਾਂਡ ਅੰਦਰ ਬੈਠਾ ਹੈ, 25 ਸਾਲ ਹੋ ਗਏ ਉਹਨੂੰ। ਉਹਨੇ ਕੋਈ ਖੁਦ ਤਾਂ ਮਾਰਿਆ ਨਹੀਂ ਖਾਦੜਾ, ਨਾ ਉਹ ਖਾਦੜੇ ਨਾਲ ਕੋਈ ਵੈਰ ਸੀ। ਉਹ ਮਰਾਇਆ ਸਰਕਾਰਾਂ ਨੇ। KPS ਗਿੱਲ ਉੱਥੇ ਜਾ ਕੇ ਬਹਿ ਗਿਆ, ਉਹਨੇ ਮਰਵਾਇਆ ਤੇ ਉਹ ਮਰਿਆ। DSP ਸ਼ੇਖੋਂ ਅੰਦਰ ਬੈਠਾ ਹੈ, 25-30 ਸਾਲ ਉਹਨੂੰ ਹੋ ਗਏ। ਕਹਾਣੀ ਇਹ ਹੈ ਵੀ ਸਾਰੇ ਕਈ ਤਾਂ ਬੰਦੀ ਸਿੰਘਾਂ ਨੂੰ ਛੱਡੋ। ਉਹ ਬੰਦੀ ਸਿੰਘਾਂ ਨੇ ਤਾਂ ਚਲੋ, ਜਦੋਂ ਬੇਅੰਤ ਸਿੰਘ ਮਰਿਆ ਨਾਲ 17 ਬੰਦੇ ਹੋਰ ਮਰੇ, ਉਹ 17 ਪਰਿਵਾਰ ਜਿਹੜੇ, ਠੀਕ ਹੈ ਕਿ ਨਹੀਂ? ਪੁਲਿਸ ਵਾਲਿਆਂ ਨੇ ਤਾਂ ਕੋਈ ਜਾਣ ਕੇ ਜਾਂ ਮਾੜਾ ਕੰਮ ਨਹੀਂ ਕਰਿਆ, ਉਹਨਾਂ ਨੇ ਤਾਂ ਡਿਊਟੀ ਕਰੀ ਹੈ। ਉੱਧਰੋਂ ਜਿਹੜੇ ਸਾਡੇ ਲੋਕਾਂ ਦੀਆਂ ਸਿਕਿਉਰਟੀਆਂ ਉਹ ਵੀ ਡਰਾ ਸ਼ੁਰੂ ਹੋ ਗਈਆਂ। ਉੱਧਰੋਂ ਬੰਦੀ ਸਿੰਘਾਂ ਨੂੰ ਛੱਡਣ ਦਾ ਕੰਮ ਸ਼ੁਰੂ ਹੋ ਗਿਆ। ਹੁਣ ਤੁਸੀਂ ਦੇਖੋ ਵੀ ਕਿੱਡਾ ਵੱਡਾ DG ਦਾ ਦਫ਼ਤਰ ਹੈ, CID ਦਾ, ਜਿੱਥੇ ਅਟੈਕ ਹੋਇਆ। ਇਹ ਸੁੱਤੇ ਪਏ ਨੇ, ਠੀਕ ਹੈ ਨਾ? ਪਹਿਲਾਂ KPS ਗਿੱਲ ਵੇਲੇ ਵੀ ਇੰਟੈਲੀਜੈਂਸ ਮਿੰਟ ਦੀ ਰਿਪੋਰਟ ਆਉਂਦੀ ਸੀ, ਉੱਥੇ ਆ ਉੱਥੇ ਆ ਉੱਥੇ ਆ। ਹੁਣ ਕਦੇ ਇਸ ਤਾਂ ਰਿਪੋਰਟ ਸੁਣੀ ਨਹੀਂ। 2014-15 ਦਾ ਮੈਂ ਰਿਟਾਇਰ ਹਾਂ, ਮੈਂ ਘਰ ਬੈਠਾ, ਕਦੇ ਕਿਸੇ ਨੇ ਸਾਨੂੰ ਬੁਲਾਇਆ ਨਹੀਂ, ਕਦੇ ਕਿਸੇ ਨੇ ਕੋਈ ਸਲਾਹ ਨਹੀਂ ਲਈ। ਪੁਰਾਣੀਆਂ ਇੰਟਰੋਗੇਸ਼ਨਾਂ ਦੇ ਗ੍ਰੰਥ ਪੜ੍ਹੇ ਪਏ, ਹਵਾਲੇ ਤੋਂ ਲੈ ਕੇ ਸਾਰਾ ਕੁਝ। ਜੇ ਕੋਈ ਸਾਨੂੰ ਪੁੱਛੇਗਾ ਤਾਂ ਉਹਦੇ 'ਚੋਂ ਕੁਛ ਨਿਕਲੇਗਾ ਹੀ। ਅਸੀਂ ਵੀ ਚੁੱਪ ਕਰਕੇ ਬੈਠੇ, ਇਹ ਵੀ ਚੁੱਪ ਕਰਕੇ ਬੈਠੇ। ਪਰ ਹੁਣ ਜਿਵੇਂ ਨੈਕਸਸ ਚੱਲਦਾ ਜੀ, ਜਿਵੇਂ ਲਾਰੈਂਸ ਬਿਸ਼ਨੋਈ ਦਾ ਕੱਲ ਜਿਹੜੀ ਜੇ ਕਹੀਏ ਐਂਟੀ ਗੈਂਗਸਟਰ ਫਰੰਟ ਦੇ ਅਫਸਰ ਕਰਦੇ ਨੇ ਪ੍ਰੈਸ ਕਾਨਫਰੰਸ, ਉਹ ਕਹਿੰਦੇ ਵੀ ਬਿਸ਼ਨੋਈ ਮੰਨਦਾ ਇਹ ਗੱਲ ਵੀ ਮੇਰੇ ਕੋਲ ਜੇਲ੍ਹ 'ਚ ਫੋਨ ਸੀਗਾ। ਤਿਹਾੜ ਜੇਲ੍ਹ ਦਾ ਜ਼ਿਕਰ ਆਉਂਦਾ ਜਦੋਂ, ਜਿਵੇਂ ਕਹਿ ਦਈਏ ਕਿ ਉੱਥੇ ਦੇਸ਼ ਦੇ ਵੱਡੇ ਟੈਰਰਿਸਟ ਵੀ ਅੰਦਰ ਨੇਗੇ, ਜੇਲ੍ਹ 'ਚ ਨੇਗੇ। ਤਿਹਾੜ ਜੇਲ੍ਹ 'ਚੋਂ ਫੋਨ ਚੱਲਦਾ, ਬੰਦਾ ਜਿਵੇਂ ਮਰਜ਼ੀ ਗੱਲਬਾਤ ਕਰੀ ਜਾਵੇ। ਚਲੋ ਗੋਲਡੀ ਬਰਾੜ ਦੇ ਨਾਲ ਹੋਇਆ, ਚਲੋ ਉਹਨਾਂ ਦਾ ਮੋਟਿਵ ਉਹ ਕਹਿੰਦੇ ਨੇ ਵੀ ਅਸੀਂ ਵਿੱਕੀ ਮਿੱਟੂ ਖੇੜਾ ਦਾ ਬਦਲਾ ਲਿਆ, ਪਰ ਦੇਖਿਆ ਜਾਵੇ ਇੱਕ ਤਰ੍ਹਾਂ ਦਾ ਕਰਤਾ ਉਹ ਕਿਸੇ ਨੂੰ ਕੋਈ ਵੀ ਕੁਛ ਸਕਦੇ ਨੇ। ਗੱਲ ਇਹ ਆ ਬ੍ਰਦਰ, ਮੈਂ ਖੁਦ 8 ਸਾਲ ਜੇਲ੍ਹ 'ਚ ਆਪ ਰਿਹਾ। ਕੀ ਜੇਲ੍ਹਾਂ ਦਾ ਮਾਹੌਲ ਹੈ, ਕੀ ਉੱਥੇ ਚੱਲਦਾ, ਕੀ ਨਹੀਂ, ਮੇਰੇ ਤੋਂ ਵੱਧ ਕੋਈ ਨਹੀਂ ਜਾਣਦਾ। ਸਿਰਫ ਇਹ ਹੈ ਵੀ ਅਸੀਂ ਕੋਈ ਰੌਲਾ ਨਹੀਂ ਪਾਉਂਦੇ ਵੀ ਲੈਣਾ ਕੀ ਹੈ। ਤੁਸੀਂ ਮੈਨੂੰ ਦੱਸੋ, ਜਿਹੜੀ ਚੀਜ਼ ਬਾਹਰ ਨਹੀਂ ਮਿਲਦੀ ਤੁਹਾਨੂੰ, ਉਹ ਜੇਲ੍ਹ 'ਚ ਮਿਲਦੀ ਹੈ। ਦੇ ਕੇ ਪਹੁੰਚਾ ਕੇ ਜਾਂਦੇ ਅਗਲੇ ਵੀ। ਆਲੋ ਜੀ, ਮੋਬਾਈਲ ਤੋਂ ਲੈ ਕੇ, ਵਿਸਕੀ ਤੋਂ ਲੈ ਕੇ, ਚਿਕਨ ਤੋਂ ਲੈ ਕੇ, ਕੀ ਨਹੀਂ ਆਉਂਦਾ ਉੱਥੇ। ਔਰ ਜੋ ਮਾਹੌਲ ਹੈ ਮੈਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ। ਮੈਂ ਰਿਲੀਜ਼ ਵੀ 2014 'ਚ ਹੋਇਆ, ਅਤੇ ਹੁਣ ਤਕਰੀਬਨ ਵੱਧ ਤੋਂ ਵੱਧ 7-8 ਸਾਲ ਹੋਏ। ਉਹੀ ਮਾਹੌਲ ਹੈ, ਉਹੀ ਗੱਲਾਂ ਬਾਤਾਂ। ਜਿਹੜੀ ਪੰਜਾਬ ਪੁਲਿਸ ਹੈ ਨਾ, ਇਹ ਫੇਰ ਚੰਗੀ ਹੈ। ਇਹ ਇੰਨਾ ਧੱਕਾ ਨਹੀਂ ਕਰਦੇ। ਉਹ ਤਾਂ 10-20 ਰੁਪਈਏ ਨਹੀਂ ਛੱਡਦੇ ਜੇਲ੍ਹ ਵਾਲੇ, 10-20 ਰੁਪਏ ਜੇਬਾਂ ਪਾਉਣ ਤੱਕ ਜਾਂਦੇ। ਬਹੁਤ ਜ਼ਿਆਦਾ ਫਰਕ ਹੈ। ਟੈਲੀਫੋਨ ਜੇਲ੍ਹ ਦੇ ਵਿੱਚ ਵਰਤਣਾ ਕੋਈ ਵੱਡੀ ਗੱਲ ਨਹੀਂ, ਭਾਵੇਂ ਉਹ ਤਿਹਾੜ ਹੈ,
ਭਾਵੇਂ ਉਹ ਨੱਬ ਹੈ, ਭਾਵੇਂ ਕੋਈ ਸਿਕਿਉਰਿਟੀ ਜੇਲ੍ਹ ਹੈ, ਹਰ ਜੇਲ੍ਹ 'ਚ ਚਲੀ ਹੁਣ ਚੱਲਦਾ। ਪਰ ਇੱਕ ਚੀਜ਼ ਦੱਸੋ ਅਖੀਰ 'ਚ ਇੰਨੀ ਕੁ ਕਿ ਜਿਹੜਾ ਪੂਰਾ ਚਲੋ ਇੱਕ ਨੈਕਸਸ ਨੂੰ ਕਹੀ ਜਾਂਦੇ ਨੇ, ਗੈਂਗਸਟਰਾਂ ਦਾ ਜਿਹੜਾ ਪੂਰਾ ਸਿਸਟਮ ਇੱਕ ਚੱਲ ਰਿਹਾ ਹੈ, ਜਿਵੇਂ ਤੁਸੀਂ ਕਹਿੰਦੇ ਹੋ ਵੀ ਉਹੀ ਸਮਾਂ ਜਦ ਦੁਬਾਰੇ ਵਾਪਸ ਆਉਂਦਾ ਲੱਗਦਾ, ਆਖਿਰਕਾਰ ਫਿਰ ਸਰਕਾਰਾਂ ਨਹੀਂ ਇਸ ਟੈਨਸ਼ਨ 'ਚ ਹੈਗੀਆਂ ਕਿ ਮਾਹੌਲ ਕੀ ਬਣਦਾ ਜਾਂਦਾ ਹੈ, ਜੇ ਉਸ ਤਰ੍ਹਾਂ ਦਾ ਦੌਰ ਆਉਂਦਾ ਤਾਂ ਲੱਗਦਾ ਵੀ ਉਸ ਟਾਈਮ ਨੂੰ ਤਾਂ ਦੁਬਾਰੇ ਸਾਂਭਣਾ ਵੀ ਬੜਾ ਔਖਾ ਹੋ ਜਾਊਗਾ ਜੇ ਹੁਣ ਹਾਲਾਤ ਨੇ, ਕਿਉਂਕਿ ਹੁਣ ਦੀ ਟੈਕਨੋਲੋਜੀ ਤੇ ਉਦੋਂ ਦੀ ਟੈਕਨੋਲੋਜੀ ਦਾ ਬੜਾ ਫਰਕ ਹੈ। ਉਦੋਂ ਨਾ ਤਾਂ ਕਿਸੇ ਨੂੰ ਪਤਾ ਲੱਗਦਾ ਸੀਗਾ ਦੂਜੇ ਸ਼ਹਿਰ ਵੀ ਕੀ ਹੋਈ ਜਾਂਦਾ, ਇੱਧਰ ਚਲੋ ਹੋ ਜਾਂਦਾ ਸੀ। ਹੁਣ ਇੰਟੈਲੀਜੈਂਸ ਨਹੀਂ ਉਸ ਤਰ੍ਹਾਂ ਦੇ ਨਾਲ ਕੰਮ ਕਰ ਰਹੀ ਹੈ, ਸਰਕਾਰ ਨਹੀਂ ਅੱਗੇ ਕੰਮ। ਦੇਖੋ ਗੱਲ ਇਹ ਹੈ, ਉਦੋਂ ਸਰਕਾਰ 'ਚ ਜਾਨ ਸੀਗੀ, ਜਦੋਂ ਬੰਦਾ ਇੰਟੈਰੋਗੇਸ਼ਨ ਕੋਈ ਵਾਧੂ ਘਾਟੂ ਕਰਦਾ, ਕਈ ਵਾਰੀ ਕੋਈ ਬੰਦਾ ਮਰ ਵੀ ਜਾਂਦਾ ਹੈ। ਹੁਣ ਤਾਂ ਇੱਕੋ ਹੀ ਗੱਲ ਕਰਦੇ ਨੇ ਵੀ ਪਰਚਾ ਦਰਜ ਕਰਕੇ ਇਹਨੂੰ ਹਵਾਲਾਤ 'ਚ ਵਾੜ ਦਿਓ। ਉਦੋਂ ਜਿਹੜਾ ਟਾਈਮ ਸੀ ਉਹ ਕੋਈ ਨਹੀਂ ਸੀ, ਉਹ ਕਹਿੰਦੇ ਮਰ ਗਿਆ ਕੋਈ ਗੱਲ ਨਹੀਂ, ਨਿਬੇੜ ਦਿਓ ਕੰਮ। ਹੁਣ ਜਦੋਂ ਮਾਲੀ ਵਾਰਸ ਕੋਈ ਸਿਰ 'ਤੇ ਹੈ ਹੀ ਨਹੀਂ, ਕਿਹਦੇ ਸਿਰ 'ਤੇ ਤੁਸੀਂ ਕੰਮ ਕਰੋਗੇ? ਕੋਈ ਸਿਰ 'ਤੇ ਤਾਂ ਖੜਾ ਹੋਣਾ ਚਾਹੀਦਾ। ਜੇ ਤੁਸੀਂ ਦੇਖੋ ਵੀ ਅੱਜ ਕੱਲ੍ਹ ਵਾਲੇ ਅਫਸਰ ਨੇ ਇਹਨਾਂ ਦਾ ਅੱਤਵਾਦ ਦੇਖਿਆ ਹੀ ਨਹੀਂ, ਇਹਨਾਂ ਨੂੰ ਪਤਾ ਹੀ ਨਹੀਂ, ਇਹ ਸਪੋਰਟ ਕਿੱਦਾਂ ਕਰ ਦੇਣਗੇ? ਜਿਨ੍ਹਾਂ ਨੇ ਦੇਖਿਆ ਸਭ ਕੁਝ ਉਹਨਾਂ ਨੂੰ ਪਤਾ ਹੈ। ਇੱਕ ਚੀਜ਼ ਹੋਣਾ ਦੋ ਕਿ ਅਮੂਮਨ ਜੀ ਜਿਹੜੀ ਆਮ ਗੱਲ ਚੱਲ ਰਹੀ ਹੈ, ਚਲ ਕੱਲ ਤਾਂ ਉਹਨਾਂ ਨੇ ਕਹਿਤਾ ਵੀ ਅਸੀਂ ਆਹ ਬੰਦੇ ਫੜੇ, ਹਾਲਾਂਕਿ 7-8 ਬੰਦੇ ਉਹਨਾਂ ਨੇ ਫੜੇ ਨੇ, ਖੈਰ ਮੇਨ ਸ਼ੂਟਰ ਤਾਂ ਨਹੀਂ ਫੜੇ ਗਏ। ਦਿੱਲੀ ਪੁਲਿਸ ਦਾ ਬੜਾ ਰਿਹਾ ਵੀ ਦਿੱਲੀ ਪੁਲਿਸ ਉਹਦੀ ਬੰਦਾ ਚੱਕ ਲਾਂਦੀ ਹੈ, ਪੰਜਾਬ ਪੁਲਿਸ ਨੂੰ ਕੀ ਪਤਾ ਨਹੀਂ ਲੱਗਦਾ, ਜਾਂ ਕਿਉਂਕਿ ਬਿਸ਼ਨੋਈ, ਹਾਲਾਂਕਿ ਬੀਜੇਪੀ ਦੇ ਲੀਡਰਾਂ ਨੇ ਤਾਂ ਚਲੋ ਆਪਦੀ ਸਿਆਸਤ ਵੀ ਚਮਕਾਈ ਇਹਦੇ ਤੇ, ਕਹਿੰਦੇ ਬਿਸ਼ਨੋਈ ਪੰਜਾਬ ਵਾਲੇ ਫੜੀ ਬੈਠੇ ਨੇ, ਪਰ ਜਿਹੜੇ ਬੰਦੇ ਅਸਲ ਫੜਨੇ ਨੇ ਉਹ ਦਿੱਲੀ ਵਾਲੇ ਫੜੀ ਜਾਂਦੇ ਨੇ। ਦਿੱਲੀ ਕੋਲ ਟੈਕਨੋਲੋਜੀ ਜ਼ਿਆਦਾ ਹੈ ਜਾਂ ਦਿੱਲੀ ਦਾ ਕੰਮ ਕਰਨ ਦਾ ਤਰੀਕਾ? ਟੈਕਨੋਲੋਜੀ ਜ਼ਿਆਦਾ ਹੈ। ਮੈਂ ਗਿਆ 2-3 ਵਾਰੀ ਦਿੱਲੀ। ਇੱਕ ਉਹਨਾਂ ਦੀ ਕਿਸਮਤ ਚੰਗੀ ਹੈ ਜਿਹੜੀ ਉਹ ਫੌਜੀ ਦੀ ਜਨਾਨੀ ਉਹ ਜਾ ਕੇ ਉੱਥੇ ਪੇਸ਼ ਹੋ ਗਈ, ਉਹ ਪੈਰ ਥੱਲੇ ਵਟੇਰਾ ਆ ਗਿਆ। ਬਾਕੀ ਉਹਨਾਂ ਕੋਲ ਇੱਕ ਵਾਰੀ ਸਾਡਾ ਮੋਬਾਈਲ ਨੰਬਰ ਆਉਣਾ ਚਾਹੀਦਾ, ਬਸ ਉਸ ਤੋਂ ਬਾਅਦ ਫਿਰ ਉਹ ਘੇਰ ਲੈਂਦੇ ਨੇ, ਫਿਰ ਨਹੀਂ ਉਹ ਛੱਡਦੇ। ਟਰੈਕ ਬੜੀ ਬੁਰੀ ਤਰ੍ਹਾਂ ਕਰਦੇ ਨੇ, ਔਰ ਉਹ ਇੰਟਰਸਟ ਲੈ ਕੇ ਕੰਮ ਕਰਦੇ ਨੇ। ਆਪਣੇ ਇੱਥੇ ਜਿਹੜਾ ਹੁਣ ਪਹਿਲਾਂ ਸੀਗਾ, ਜਦੋਂ 92 ਦਾ ਕੰਮ ਅੱਤਵਾਦ ਮੁੱਕਿਆ, ਹਰ ਅਫਸਰ ਉਦੋਂ ਕੰਮ ਕਰਦਾ ਸੀ। ਹੁਣ ਉਹ ਤਾਂ ਦੇ ਰੱਖੇ ਸਾਰੇ ਅੰਦਰ, ਜਿਹੜੇ ਉਹਨਾਂ ਦੇ ਸਾਥੀ ਨੇ ਉਹਨਾਂ ਨਾਲ ਦੇਖਦੇ ਨੇ ਕੀ ਲੈਣਾ ਇਸ ਕੰਮ 'ਚੋਂ ਬੰਦੇ ਦੇ ਅੰਦਰ ਬੈਠੇ। ਸੋ ਉਦੋਂ ਤੇ ਹੁਣ ਦੇ ਜ਼ਮਾਨੇ ਦਾ ਫਰਕ ਬਹੁਤ ਜ਼ਿਆਦਾ ਹੈ। ਹੁਣ ਉਹ ਗੱਲਾਂ ਹੈ ਨਹੀਂ, ਉਦੋਂ KPS ਗਿੱਲ ਸੀਗਾ, ਸੈਣੀ ਵੀ ਤਗੜਾ ਸੀ ਕਰਨ ਨੂੰ, ਹੁਣ ਉਹ ਸੈਣੀ ਵੀ ਉਹ ਨਹੀਂ ਰਿਹਾ। ਟਾਈਮ ਦੇ ਨਾਲ ਸਭ ਕੁਝ ਚੇਂਜ ਹੋ ਗਿਆ। ਸੋ ਇਸ ਕਰਕੇ ਆਊਗਾ ਤੋਂ ਬਾਅਦ ਇਹ ਰੁਕਣਾ ਨਹੀਂ। ਬਿਲਕੁਲ ਇਹ ਚਿੰਤਾ ਆਖਰਕਾਰ ਇਸ ਕਰਕੇ ਜ਼ਾਹਰ ਹੋ ਜਾਂਦੀ ਹੈ, ਕਹਿੰਦੇ ਜਿਹੋ ਜਿਹੇ ਹਾਲਾਤ ਬਣਦੇ ਨੇ। ਪਰ ਜੇਕਰ ਜਿਵੇਂ ਕਿ ਪਿੰਕੀ ਹੋਰਾਂ ਨੇ ਦੱਸਿਆ ਕਿ ਉਹਨਾਂ ਦਾ ਸਪਸ਼ਟ ਰੂਪ 'ਚ ਕਹਿਣਾ ਕਿ ਸਿੱਧੂ ਮੂਸੇਵਾਲੇ ਨੇ ਲਿਖਿਆ, ਹਾਲਾਂਕਿ ਬਲਵਿੰਦਰ ਜਟਾਣਾ ਵੇਲੇ ਲਿਖਤਾ, ਹਾਲਾਂਕਿ ਚਲੋ ਬਲਵਿੰਦਰ ਜਟਾਣਾ ਹੋਰਾਂ ਦੀ ਵੀ ਭਾਲ ਉਦੋਂ ਕਰਦੀ ਸੀਗੀ ਪੁਲਿਸ, ਉਹਨਾਂ ਦਾ ਵੀ ਰੋਲ ਕਈ ਥਾਵਾਂ ਦੇ ਉੱਤੇ ਰਿਹਾ। ਪਰ ਕਹਿੰਦੇ ਕਿ ਸਭ ਤੋਂ ਵੱਡੇ ਤਾਂ ਜੇ ਦੇਖਿਆ ਜਾਵੇ ਸੈਕਰੀਫਾਈਸ ਜਿਹੜੇ ਰਹੇ ਨੇ ਉਹ ਚੰਨੇ ਹੋਰਾਂ ਦੇ ਨੇ। ਆਖਰਕਾਰ ਉਹਨਾਂ ਦਾ ਜ਼ਿਕਰ ਕਿਉਂ ਨਹੀਂ ਹੋਇਆ ਜੇਕਰ ਇਸ ਪੂਰੀ ਲੜੀ ਨੂੰ ਛੇੜ ਨਹੀਂ ਕੋਈ ਲੱਗਿਆ ਸੀ। ਪਰ ਦੂਜੇ ਪਾਸੇ ਦੇਖੀਏ ਤਾਂ SYL ਗਾਣੇ ਆਉਣ ਤੋਂ ਬਾਅਦ ਜ਼ਰੂਰ ਕਹਿ ਸਕਦੇ ਹਾਂ ਕਿ ਹਰ ਕੋਈ ਬੰਦਾ ਸਰਚ ਕਰਨ ਲੱਗਿਆ ਇਸ ਚੀਜ਼ ਨੂੰ, ਪਰ ਉਸ ਚੀਜ਼ ਤੋਂ ਜ਼ਿਆਦਾ ਜੇ ਗੁਰਮੀਤ ਪਿੰਕੀ ਉਹਨਾਂ ਦੀ ਮੰਨਦੇ ਆ ਤਾਂ ਕਹਿੰਦੇ ਕਿ ਲੋੜ ਹੈ ਇਸ ਸਮੇਂ ਨੂੰ ਸਮਝਣ ਦੀ, ਕਿਉਂਕਿ ਇਹ ਸਮਾਂ ਜਿਹੜਾ ਦਸਤਕ ਦੇ ਰਿਹਾ ਉਹ ਕੋਈ ਬਹੁਤੇ ਚੰਗੇ ਹਾਲਾਤਾਂ ਵੱਲ ਦਾ ਨਹੀਂ ਦੇ ਰਿਹਾ। ਹਾਲਾਂਕਿ ਚਲੋ ਸਿੱਧੂ ਮੂਸੇਵਾਲੇ ਦਾ ਜੇ ਕਿਹਾ ਜਾਵੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ, ਗਾਣਾ ਆਉਂਦਾ ਹੈ, ਗਾਣੇ ਨੂੰ ਲੈ ਕੇ SYL ਦਾ ਫੇਰ ਇਸ਼ੂ ਖੜਾ ਹੋ ਜਾਂਦਾ ਹੈ, ਪਰ ਉਹ ਚੀਜ਼ਾਂ ਦੇ ਨਾਲ ਨਾਲ ਜਿਹੜਾ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਹ ਕਾਰਨ ਬਣਿਆ, ਉਧਰ ਵੱਲ ਵੀ ਕਿਤੇ ਨਾ ਕਿਤੇ ਇਸ ਚੀਜ਼ ਨੂੰ ਦੇਖਣ ਦੀ ਲੋੜ ਹੈ ਕਿ ਆਖਰਕਾਰ ਇਹ ਚਿੰਤਾਵਾਂ ਨੇ ਜਿਹੜੀਆਂ ਕਹਿੰਦੇ ਉਹਦੇ ਵੱਲ ਗੌਰ ਕਰਨ ਦੀ ਲੋੜ ਹੈ। ਇਹ ਠੀਕ ਹੈ ਕਿ ਇੱਕ ਜਿਹੜਾ ਦੌਰ ਸੀਗਾ ਉਹ ਦੌਰ ਦੀਆਂ ਗੱਲਾਂ ਕੋਈ ਆਪਦੇ ਲਿਖਾਰੀ ਦੇ ਵਿੱਚ ਲਿਖਦਾ ਜਾਂ ਫਿਰ ਗਾਣੇ ਦੇ ਵਿੱਚ ਗਾਉਂਦਾ। ਸੀਨੀਅਰ ਵੀਡੀਓ ਜਰਨਲਿਸਟ ਕਮਲ ਦੇ ਨਾਲ ਸਮਿਸਿੰਗ ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।